ਗੁੱਡ ਮਾਰਨਿੰਗ ਸਟੂਡੈਂਟਸ। ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ ਅੱਜ ਆਪਾਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਕ ਰੰਗ ਦੀ ਇਕਾਂਗੀ ਪੜ੍ਹਾਂਗੇ। ਇਸ ਇਕਾਂਗੀ ਦਾ ਨਾਮ ਹੈ ਬੇਬੇ ਰਾਮ ਭਜਨੀ। ਸਭ ਤੋਂ ਪਹਿਲਾਂ ਆਪਾਂ ਦੇਖੀਏ ਕਿ ਇਕਾਂਗੀ ਕੀ ਹੁੰਦੀ ਹੈ। ਇਕਾਂਗੀ ਇੱਕ ਅੰਕ ਵਾਲਾ ਨਾਟਕ ਹੁੰਦੀ ਹੈ। ਪਹਿਲੇ ਸਮੇਂ ਵਿੱਚ ਬਹੁਤ ਲੰਬੇ ਨਾਟਕ ਖੇਡੇ 'ਤੇ ਲਿਖੇ ਜਾਂਦੇ ਸਨ, ਪਰ ਜਿਵੇਂ ਸਮਾਂ ਬੀਤਦਾ ਗਿਆ, ਲੋਕਾਂ ਕੋਲ ਸਮੇਂ ਦੀ ਘਾਟ ਹੁੰਦੀ ਗਈ ਤਾਂ ਛੋਟੇ ਨਾਟਕਾਂ ਦੀ ਪਿਰਤ ਪੈ ਗਈ। ਇਕਾਂਗੀ ਇੱਕ ਛੋਟੇ ਜਿਹੇ ਨਾਟਕ ਨੂੰ ਕਹਿੰਦੇ ਹੈ। ਇਹ ਇਕਾਂਗੀ ਬੇਬੇ ਰਾਮ ਭਜਨੀ ਪ੍ਰੋਫੈਸਰ I.C. ਨੰਦਾ ਦੁਆਰਾ ਲਿਖੀ ਗਈ ਹੈ। I.C. ਨੰਦਾ ਦਾ ਪੂਰਾ ਨਾਮ ਹੈ ਈਸ਼ਵਰ ਚੰਦਰ ਨੰਦਾ। ਈਸ਼ਵਰ ਚੰਦਰ ਨੰਦਾ ਪੰਜਾਬੀ ਭਾਸ਼ਾ ਦੇ ਪਹਿਲੇ ਨਾਟਕਕਾਰ ਹਨ ਜਿਨ੍ਹਾਂ ਨੇ ਛੋਟੇ ਨਾਟਕ ਲਿਖੇ। ਇਸ ਤੋਂ ਪਹਿਲਾਂ ਪੰਜਾਬੀ ਵਿੱਚ ਵੱਡੇ ਨਾਟਕ ਲਿਖੇ ਜਾਂਦੇ ਸਨ। ਇਸ ਨਾਟਕ ਵਿੱਚ ਉਹਨਾਂ ਨੇ ਸਾਡੇ ਸਮਾਜ ਦੇ ਇੱਕ ਅਹਿਮ ਵਿਸ਼ੇ ਨੂੰ ਚੁਣਿਆ ਹੈ, ਉਹ ਹੈ ਦਾਨ ਪੁੰਨ। ਅਤੇ ਉਸ ਦਾਨ ਪੁੰਨ ਦੇ ਨਾਲ ਸੰਬੰਧਿਤ ਹੋਰ ਛੋਟੇ ਵਿਸ਼ੇ ਲਿੱਤੇ ਹਨ, ਜਿਵੇਂ ਵਹਿਮ ਭਰਮ, ਧਾਰਮਿਕ ਪਖੰਡ, ਸ਼ਰਾਬ ਅਤੇ ਜੂਏ ਵਰਗੀਆਂ ਸਮਾਜਿਕ ਬੁਰਾਈਆਂ ਉੱਪਰ ਵੀ ਉਹਨਾਂ ਨੇ ਵਿਅੰਗ ਕੀਤਾ ਹੈ। ਇਸ ਇਕਾਂਗੀ ਦੀ ਜਿਹੜੀ ਮੁੱਖ ਪਾਤਰ ਹੈ ਉਹ ਹੈ ਬੇਬੇ ਰਾਮ ਭਜਨੀ। ਉਹ ਇੱਕ ਧਾਰਮਿਕ ਵਿਚਾਰਾਂ ਵਾਲੀ ਔਰਤ ਹੈ। ਉਸਦਾ ਪਤੀ ਸ਼ਰਾਬੀ ਅਤੇ ਜੂਏਬਾਜ਼ ਹੈ। ਉਹ ਪੂਜਾ ਪਾਠ ਵਿੱਚ ਵਿਸ਼ਵਾਸ ਕਰਦੀ ਹੈ। ਉਹਨੂੰ ਪਤਾ ਹੈ ਕਿ ਉਸਦਾ ਪਤੀ ਸ਼ਾਮਦਾਸ ਜਿਹੜਾ ਸਭ ਕੁਛ ਜੂਏ ਵਿੱਚ ਹਾਰ ਜਾਏਗਾ, ਇਸ ਕਰਕੇ ਉਹ ਆਪਣਾ ਸਭ ਕੁਝ ਦਾਨ ਕਰ ਦਿੰਦੀ ਹੈ। ਅਤੇ ਸ਼ਾਮਦਾਸ ਵੀ ਇੱਕ ਦਿਨ ਜੂਏ ਵਿੱਚ ਸਾਰਾ ਕੁਛ ਹਾਰ ਜਾਂਦਾ ਹੈ। ਅਤੇ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਉਸਦੀ ਪਤਨੀ ਨੇ ਵੀ ਸਭ ਕੁਛ ਦਾਨ ਕਰ ਦਿੱਤਾ ਹੈ ਤਾਂ ਉਹ ਠੱਗਿਆ ਜਿਹਾ ਮਹਿਸੂਸ ਕਰਦਾ ਹੈ ਅਤੇ ਦੁਖੀ ਹੁੰਦਾ ਹੈ। ਆਓ ਆਪਾਂ ਇਹ ਇਕਾਂਗੀ ਪੜ੍ਹੀਏ। ਇਸ ਇਕਾਂਗੀ ਦੇ ਪਾਤਰ ਇਸ ਤਰ੍ਹਾਂ ਹਨ। ਬੇਬੇ ਰਾਮ ਭਜਨੀ ਦੁਨੀਆ ਤੋਂ ਨਿਰਾਸ਼ ਅੱਧਖੜ ਉਮਰ ਦੀ ਤੀਵੀਂ ਹੈ, ਇਸਤਰੀ ਹੈ। ਔਰ ਦੂਸਰਾ ਪਾਤਰ ਹੈ ਸ਼ਾਮਦਾਸ, ਜੋ ਬੇਬੇ ਰਾਮ ਭਜਨੀ ਦਾ ਪਤੀ ਹੈ। ਦੋ ਜੁਆਰੀਏ ਸ਼ਾਮਦਾਸ ਦੇ ਦੋਸਤ। ਇੱਕ ਬੁੱਢੀ ਰਾਮ ਭਜਨੀ ਦੀ ਗੁਆਂਢਣ ਹੈ। ਇੱਕ ਮੁਟਿਆਰ ਜਿਹੜੀ ਗੁਆਂਢਣ ਦੀ ਨੂੰਹ ਹੈ। ਅਤੇ ਇਸ ਤੋਂ ਇਲਾਵਾ ਇੱਕ ਸਾਧੂ ਹੈ ਅਤੇ ਇੱਕ ਪਾਂਧਾ ਹੈ। ਚਾਕੀ ਸ਼ਹਿਰ ਦੀ ਗਲੀ ਵਿੱਚ ਮਕਾਨ ਹੈ। ਸਾਹਮਣੇ ਕਮਰੇ ਵਿੱਚ ਰਾਮ ਭਜਨੀ ਪੂਜਾ ਦੀਆਂ ਚੀਜ਼ਾਂ ਸੰਭਾਲ ਕੇ ਇੱਕ ਪਾਸੇ ਰੱਖਦੀ ਪਈ ਹੈ ਅਤੇ ਨਾਲੇ ਗੁਣਗੁਣਾਉਂਦੀ ਹੈ, ਰਾਮੀ ਰਾਮ ਰਾਮੀ ਰਾਮ, ਰਾਮ ਸਵਾਰੇ ਸਭਕੇ ਕਾਮ। ਗੁਆਂਢਣ ਦੇ ਨੇੜੇ ਰਾਮ ਭਜਨੀ ਆ ਬੈਠਦੀ ਹੈ। ਵੇਲਾ ਢਲਦੀਆਂ ਦੁਪਹਿਰਾਂ, ਮਤਲਬ ਦੁਪਹਿਰ ਢਲ ਰਹੀ ਹੈ, ਸ਼ਾਮ ਨੂੰ 3-4 ਵਜੇ ਦਾ ਸਮਾਂ ਹੈ। ਰਾਮ ਭਜਨੀ ਕਹਿੰਦੀ ਹੈ, ਬੇਬੇ ਮੈਂ ਅੱਜ ਤੋਂ ਦੁਨੀਆ ਛੱਡੀ। ਕੀ ਰੱਖਿਆ ਦੁਨੀਆ ਵਿੱਚ? ਜਿਹੜੇ 4 ਦਿਹਾੜੇ ਹੋਰ ਰਹਿੰਦੇ ਨੇ ਉਹ ਤੀਰਥਾਂ 'ਤੇ ਕੱਟਾਂਗੀ। ਸਭ ਦਾਨ ਕਰ ਦੇਣਾ ਏ, ਰਾਮ ਨਾਮ ਹੀ ਜਪਣਾ ਹੈ। ਰਾਮ ਭਜਨੀ ਆਪਣੀ ਗੁਆਂਢਣ ਨੂੰ ਕਹਿ ਰਹੀ ਹੈ ਕਿ ਦੁਨੀਆ ਤੋਂ ਮੇਰਾ ਮਨ ਉੱਠ ਗਿਆ। ਮੇਰਾ ਦੁਨੀਆ ਵਿੱਚ 4 ਦਿਹਾੜੇ 4 ਦਿਨ ਹੋਰ ਬਚੇ ਹਨ, ਇਸ ਕਰਕੇ ਮੈਂ ਤੀਰਥਾਂ 'ਤੇ ਜਾਣਾ ਚਾਹੁੰਦੀ ਹਾਂ, ਸਭ ਕੁਛ ਦਾਨ ਪੁੰਨ ਕਰਕੇ। ਗੁਆਂਢਣ ਕੀ ਕਹਿੰਦੀ ਹੈ, ਭੈਣ ਧੰਨ ਜਨਮ ਏ ਤੇਰਾ। ਇਸ ਤੋਂ ਵੱਧ ਕੇ ਹੋਰ ਚੰਗੀ ਗੱਲ ਕੀ ਏ ਪਈ। ਦਾਨ ਪੁੰਨ ਕਰੇ ਅਤੇ ਤੀਰਥੀ ਜਾ ਕੇ ਆਪਣੇ ਹੱਡ ਸੁੱਚੇ ਕਰੇ। ਰਾਮ ਬਥੇਰਾ ਦਿੱਤਾ ਹੋਇਆ ਹੈ। ਗੁਆਂਢਣ ਉਹਨੂੰ ਕਹਿੰਦੀ ਹੈ ਕਿ ਤੇਰਾ ਤਾਂ ਜਨਮ ਧੰਨ ਹੈ, ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ। ਤੂੰ ਤੀਰਥਾਂ 'ਤੇ ਜਾਵੇਂ, ਦਾਨ ਪੁੰਨ ਕਰੇ, ਹੱਡ ਸੁੱਚੇ ਕਰੇ। ਮੁਹਾਵਰਾ ਹੈ ਹੱਡ ਸੁੱਚੇ ਕਰਨਾ, ਮਤਲਬ ਸਰੀਰ ਸਫਲਾ ਕਰਨਾ। ਅਤੇ ਰਾਮ ਬਥੇਰਾ ਦਿੱਤਾ ਹੋਇਆ, ਪਰਮਾਤਮਾ ਨੇ ਬਹੁਤ ਕੁਛ ਦਿੱਤਾ ਹੈ ਤੈਨੂੰ।
ਬੇਬੇ ਰਾਮ ਭਜਨੀ ਕਹਿੰਦੀ ਹੈ, ਸਾਡੇ ਲਈ ਤਾਂ ਥੋੜ੍ਹਾ ਵੀ ਬਥੇਰਾ ਹੈ ਬੇਬੇ, ਤੇ ਬਾਕੀ ਛੱਡ ਵੀ ਕਿਹਦੇ ਲਈ ਜਾਈਏ, ਸਾਡਾ ਪਿੱਛੋਂ ਕੌਣ ਹੈ ਸਾਂਭਣ ਵਾਲਾ। ਬੇਬੇ ਤੈਨੂੰ ਦੱਸਾਂ ਭਈ ਅੱਜ ਮੇਰੇ ਜੀਅ ਵਿੱਚ ਕੀ ਪਈ ਆਉਂਦੀ ਹੈ, ਮੇਰੇ ਮਨ ਵਿੱਚ ਕੀ ਗੱਲ ਆ ਰਹੀ ਹੈ ਤੈਨੂੰ ਦੱਸਾਂ। ਗੁਆਂਢਣ ਦੱਸ, 100 ਵਾਰੀ ਦੱਸ ਨਾ। ਮੈਂ ਤੇ ਤੂੰ ਕੋਈ ਦੋ ਹਾਂ, ਆਪਣੇ ਵਿੱਚ ਕੋਈ ਫਰਕ ਹੈ। ਰਾਮ ਭਜਨੀ ਤੂੰ ਮੈਨੂੰ ਭੈਣਾਂ ਦੀ ਥਾਂ ਏ, ਸਗੋਂ ਭੈਣਾਂ ਨਾਲੋਂ ਵੀ ਵੱਧ ਕੇ। ਮੈਂ ਤੈਨੂੰ ਦੱਸਣੀ ਹਾਂ ਕਿ ਰਾਮ ਭਜਨੀ ਆਪਣੀ ਗੁਆਂਢਣ ਨੂੰ ਕਹਿੰਦੀ ਹੈ, ਪੜੋਸਣ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਭੈਣਾਂ ਤੋਂ ਵੀ ਵੱਧ ਹੈ। ਤੈਨੂੰ ਮੈਂ ਦੱਸਦੀ ਹਾਂ ਮੇਰੇ ਮਨ ਵਿੱਚ ਕੀ ਆ ਰਹੀ ਹੈ। ਅੱਜ ਸਵੇਰੇ ਪਰਮੇਸ਼ਰਾਂ ਦੇ ਵੇਲੇ ਤੋਂ ਮੇਰੇ ਜੀਅ ਵਿੱਚ ਕੀ ਪਈ ਆਮਦੀ ਹੈ। ਪਰਮੇਸ਼ਰਾਂ ਦੇ ਵੇਲੇ, ਸਵੇਰ ਵੇਲੇ ਤੋਂ ਮੇਰੇ ਮਨ ਵਿੱਚ ਕੀ ਗੱਲ ਆ ਰਹੀ ਹੈ। ਮੈਂ ਅੱਜ ਪੂਜਾ ਬੜੀ ਸਵੇਰੇ ਕਰ ਲਈ ਸੀ ਤੇ ਤੇਰੇ ਵੱਲ ਆਉਣ ਹੀ ਵਾਲੀ ਸੀ। ਗੁਆਂਢਣ ਕਹਿੰਦੀ ਹੈ, ਹਾਂ ਹਾਂ ਦੱਸ ਫਿਰ। ਬੇਬੇ ਰਾਮ ਭਜਨੀ ਕਹਿੰਦੀ ਹੈ, ਸੁਣ ਮੇਰੀ ਮਰਜ਼ੀ ਹੈ ਭਾਈ, ਜੋ ਕੁਝ ਮੇਰੇ ਕੋਲ ਆ ਮੈਂ ਆਪਣੇ ਹੱਥੀਂ ਦੇ ਲਵਾਂ। ਉਹਨੇ ਸ਼ਰਾਬ ਤੇ ਜੂਏ ਦੇ ਮੂੰਹ ਇੰਨਾ ਉਜਾੜਿਆ ਏ, ਉਹ ਕਿਸ ਕੰਮ ਆਇਆ। ਮੈਂ ਕਹਿੰਦੀ ਹਾਂ ਭਾਈ ਜਿਤਨਾ ਵੀ ਰਾਮ ਦੇ ਨਾਂ 'ਤੇ ਦਿੱਤਾ ਜਾਵੇ ਉਤਨਾ ਹੀ ਅੱਛਾ ਹੈ। ਰਾਮ ਭਜਨੀ ਪੜੋਸਣ ਨੂੰ ਕਹਿੰਦੀ ਹੈ ਕਿ ਮੇਰੇ ਕੋਲ ਜੋ ਕੁਝ ਹੈ, ਮੇਰੇ ਮਨ ਵਿੱਚ ਇਹ ਆ ਰਿਹਾ ਹੈ ਕਿ ਮੈਂ ਉਹਨੂੰ ਦਾਨ ਪੁੰਨ ਕਰਦਾ। ਮੇਰੇ ਪਤੀ ਨੇ ਤਾਂ ਸ਼ਰਾਬ ਤੇ ਜੂਏ ਵਿੱਚ ਜਿੰਨਾ ਕੁਛ ਬਰਬਾਦ ਕੀਤਾ ਉਹ ਕਿਸੇ ਕੰਮ ਨਹੀਂ ਆਇਆ, ਅਤੇ ਮੈਂ ਧਨ ਜਿਹੜਾ ਹੈ ਆਪਣੇ ਕਿਸੇ ਲੇਖੇ ਲਾਉਣਾ ਚਾਹੁੰਦੀ ਹਾਂ। ਗੁਆਂਢਣ ਕਹਿੰਦੀ ਹੈ, ਅਤੇ ਤੂੰ ਬੇਬੇ ਘਰ ਦੀ ਮਾਲਕ ਏ, ਜਿੱਦਾਂ ਜੀ ਚਾਹੇ ਕਰ, ਤੇਰੇ ਕੋਈ ਹੱਥ ਫੜਨ ਲੱਗਾ ਹੈ। ਗੁਆਂਢਣ ਉਹਨੂੰ ਕਹਿੰਦੀ ਹੈ ਕਿ ਘਰ ਦੀ ਤੂੰ ਮਾਲਕਣ ਹੈ, ਤੇਰੇ ਕੋਈ ਹੱਥ ਫੜਦਾ ਹੈ, ਜਿਵੇਂ ਤੇਰਾ ਜੀ ਕਰਦਾ ਹੈ ਉਵੇਂ ਕਰ। ਰਾਮ ਭਜਨੀ ਕਹਿੰਦੀ ਹੈ, ਚੰਗੇ ਕਰਮਾਂ ਵਿੱਚ ਢਿੱਲ ਨਹੀਂ ਚਾਹੀਦੀ, ਢਿੱਲ ਦੇਰ ਨਹੀਂ ਚਾਹੀਦੀ। ਜੋ ਦਿੱਤਾ ਗਿਆ ਸੋ ਦਿੱਤਾ ਗਿਆ, ਜੋ ਰਹਿ ਗਿਆ ਸੋ ਰਹਿ ਗਿਆ। ਗੁਆਂਢਣ ਕਹਿੰਦੀ ਹੈ, ਫਿਰ ਦੱਸ ਕੋਈ ਮੇਰੇ ਗੋਚਰਾ ਮੇਰੇ ਲਾਇਕ ਕੋਈ ਕੰਮ। ਰਾਮ ਭਜਨੀ ਕਹਿੰਦੀ ਹੈ, ਜਾਂ ਫਿਰ ਬੁੱਢੇ ਪਾਂਦੇ ਨੂੰ ਸੱਦ ਲਿਆ, ਭਾਈ ਪਾਂਦੇ ਪੰਡਤ ਨੂੰ, ਆਣ ਕੇ ਸੰਕਲਪ ਕਰਾ ਜਾਏ, ਅਤੇ ਜੋ ਰਸਤੇ ਵਿੱਚ ਕੋਈ ਸਾਧੂ ਸੰਤ ਮਿਲੇ ਤਾਂ ਉਹਨੂੰ ਵੀ ਇੱਧਰ ਭੇਜਦੀ ਜਾਈ। ਸੰਕਲਪ ਕਰਾ ਜਾਏ ਮਤਲਬ ਇੱਕ ਨਿਸ਼ਚਾ ਕਰਾ ਜਾਏ ਕਿ ਮੈਂ ਇਹ ਸਭ ਕੁਝ ਦਾਨ ਕਰਨਾ ਚਾਹੁੰਦੀ ਹਾਂ, ਅਤੇ ਇਸ ਤੋਂ ਇਲਾਵਾ ਵੀ ਜੇ ਕੋਈ ਸਾਧੂ ਸੰਤ ਮਿਲੇ ਤਾਂ ਉਹਨੂੰ ਇੱਧਰ ਭੇਜਦੀ। ਗੁਆਂਢਣ ਕਹਿੰਦੀ ਹੈ, ਅੱਛਾ ਮੈਂ ਜਾਂਦੀ ਹਾਂ, ਮੈਂ ਚੱਲੀ ਹਾਂ। ਗੁਆਂਢਣ ਚਲੀ ਜਾਂਦੀ ਹੈ। ਰਾਮ ਭਜਨੀ ਆਪਣੇ ਆਪ ਨੂੰ ਕਹਿੰਦੀ ਹੈ, ਇਹ ਫੁਲਕਾਰੀਆਂ ਭਲਾ ਮੇਰੇ ਕਿਸ ਕੰਮ ਨੇ। ਮੇਰੀ ਨੂੰਹ ਨਾ ਧੀ ਪਾਉਣ ਹੰਢਾਉਣ ਵਾਲੀ ਇਹ ਰੇਸ਼ਮੀ ਕੱਪੜੇ, ਇਹ ਤਾਂ ਮੈਂ ਪ੍ਰੇਮੋ ਭੈਣ ਦੀ ਨੂੰਹ ਨੂੰ ਦਿਆਂਗੀ। ਪ੍ਰੇਮੋ ਬੜੀ ਚੰਗੀ ਆ। ਬਾਹਰੋਂ ਇੱਕ ਆਵਾਜ਼ ਆਉਂਦੀ ਹੈ, ਔਲਖ ਔਲਖ ਔਲਖ। ਰਾਮ ਭਜਨੀ ਕਹਿੰਦੀ ਹੈ, ਬਾਬਾ ਜੀ ਬਾਬਾ ਜੀ। ਦਰਵਾਜ਼ੇ ਵੱਲ ਛੇਤੀ ਨਾਲ ਜਾਂਦੀ ਹੈ ਅਤੇ ਕਹਿੰਦੀ ਹੈ, ਬਾਬਾ ਜੀ ਬਾਬਾ ਜੀ। ਸਾਧੂ ਔਲਖ ਮਾਈ ਭਗਤਨੀ, ਨਾਰਾਇਣ ਹਰੇ ਰਾਮ ਹੀ ਰਾਮ ਹੈ। ਰਾਮ ਭਜਨੀ ਕਹਿੰਦੀ ਹੈ, ਆਓ ਬਾਬਾ ਜੀ, ਜੀ ਆਇਆਂ ਨੂੰ, ਤੁਹਾਡਾ ਸਤਿਕਾਰ ਹੈ, ਤੁਹਾਨੂੰ ਬੇਬੇ ਨੇ ਭੇਜਿਆ ਹੋਣਾ ਹੈ। ਸਾਧੂ ਹਾਂ ਭਗਤਨੀ, ਇਹ माई ने हमको बोलिया था भगतनी, पिछले जन्म में बड़े शुभ कर्म किए हैं, राम तुम पे अति प्रसन्न है। राम भजनी कहती है, बाबा जी दुनिया तो बड़ा सुख भोग्या है, पर मोह ममता दे जाल विच फस के बंदा कौडी काम दा नहीं रहिंदा। मतलब दुनिया का मैं बहुत सुख भोग लिया, पर मोह ममता अजिही है कि ਬੰਦੇ ਨੂੰ ਇੰਨਾ ਫਸਾ ਕੇ ਰੱਖਦੀ ਹੈ ਕਿ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ। ਕੌਡੀ ਮਤਲਬ ਥੋੜ੍ਹੇ ਜਿਹੇ ਕੰਮ ਦਾ ਵੀ ਨਹੀਂ ਰਹਿੰਦਾ। ਸਾਧੂ ਸੱਤ ਹੈ ਮਾਈ ਸੱਤ ਹੈ, ਇਹ ਗੱਲ ਤੇਰੀ ਸੱਚ ਹੈ ਮਾਈ, ਬਿਲਕੁਲ ਸੱਚ ਹੈ। ਰਾਮ ਭਜਨੀ
ਕਹਿੰਦੀ ਹੈ, ਬਾਬਾ ਜੀ ਬੱਚੇ ਮੋਹ ਮਮਤਾ ਦੇ ਕੀੜੇ ਨੇ ਜੋ ਦਿਨ ਰਾਤ ਲਹੂ ਪੀਂਦੇ ਰਹਿੰਦੇ ਨੇ। ਰਾਮ ਨੇ ਮੈਨੂੰ ਇਸ ਮਹਾਂਜਾਲ ਵਿੱਚੋਂ ਕੱਢ ਲਿਆ ਏ। ਇੱਕੋ ਇੱਕ ਜੀ ਜਿਹਾ ਸੀ, ਸੋਈ ਨਿੱਕਾ ਹੁੰਦਾ ਖੇਡਣ ਟੁਰ ਗਿਆ ਸੀ। ਰਾਮ ਭਜਨੀ ਕਹਿੰਦੀ ਹੈ ਕਿ ਜਿਹੜੇ ਬੱਚੇ ਹੁੰਦੇ ਆ ਨਾ, ਇਹ ਮੋਹ ਮਮਤਾ ਦੇ ਕੀੜਿਆਂ ਦੇ ਸਮਾਨ ਹੁੰਦੇ ਹੈ, ਦਿਨ ਰਾਤ ਲਹੂ ਪੀਂਦੇ ਹੈ। ਇਹਨਾਂ ਕਰਕੇ ਮਨੁੱਖ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਰਹਿੰਦਾ ਹੈ। ਪਰਮਾਤਮਾ ਨੇ ਮੈਨੂੰ ਇਸ ਮਹਾਂਜਾਲ ਵਿੱਚੋਂ ਕੱਢਿਆ। ਮੇਰਾ ਇੱਕ ਛੋਟਾ ਜਿਹਾ ਮੁੰਡਾ ਹੁੰਦਾ ਸੀ ਜੋ ਛੋਟਾ ਹੁੰਦਾ ਹੀ ਮਰ ਗਿਆ ਸੀ, ਖੇਡਣ ਟੁਰ ਗਿਆ ਸੀ। ਮਤਲਬ ਇਹ ਜਿਹੀ ਜਗ੍ਹਾ ਗਿਆ ਜਿੱਥੋਂ ਵਾਪਿਸ ਨਹੀਂ ਆਇਆ, ਮਰ ਗਿਆ। ਸਾਧੂ ਬੋਲਦਾ ਹੈ, ਹਰੇ 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 ਨਾਰਾਇਣ। ਰਾਮ ਭਜਨੀ ਕਹਿੰਦੀ ਹੈ, ਤਦ ਤੋਂ ਮੈਂ ਰਾਮ ਵਾਲੀ ਧਿਆਨ ਲਾਇਆ ਏ। ਸਾਧੂ ਕਹਿੰਦਾ ਹੈ, ਧੰਨ ਹੋ ਮਾਈ, ਧੰਨ ਜਨਮ ਹੈ। ਰਾਮ ਭਜਨੀ ਬੋਲਦੀ ਹੈ, ਮਹਾਰਾਜ ਹੁਣ ਇਹ ਜੀਅ ਵਿੱਚ ਆਉਂਦਾ ਏ ਭਈ ਦੁਨੀਆ ਤਜ ਦੇਵਾਂ। ਦੁਨੀਆ ਵਿੱਚ ਕੁਝ ਨਹੀਂ, ਜਿਹਨੂੰ ਰਾਮ ਮਿਲਿਆ ਉਹਨੂੰ ਸਭ ਕੁਝ ਮਿਲਿਆ। ਸਾਧੂ ਕਹਿੰਦਾ, ਸੱਤ ਹੈ ਭਗਤਨੀ, ਸੱਤ ਹੈ ਤੇਰੀ ਗੱਲ, ਬਿਲਕੁਲ ਸੱਚ ਹੈ। ਰਾਮ ਭਜਨੀ ਕਹਿੰਦੀ ਹੈ, ਮੈਨੂੰ ਅਗਮ ਤੋਂ ਆਵਾਜ਼ ਆਉਂਦੀ ਹੈ। ਅਗਮ ਉਹ ਜਗ੍ਹਾ ਜਿੱਥੇ ਜਾਇਆ ਨਾ ਜਾ ਸਕੇ, ਪਹੁੰਚਿਆ ਨਾ ਜਾ ਸਕੇ, ਮਤਲਬ ਧੁਰ ਤੋਂ ਪਰਮਾਤਮਾ ਵੱਲੋਂ ਆਵਾਜ਼ ਆਉਂਦੀ ਹੈ, ਦਾਨ ਪੁੰਨ ਕਰ ਤੇ ਰਾਮ ਦੇ ਚਰਨੀ ਲੱਗ। ਸਾਧੂ ਅੱਗੋਂ ਕਹਿੰਦਾ ਹੈ, ਮਾਈ ਤੁਮ ਸਿਆਣੀ ਹੋ, ਇਸ ਸੰਸਾਰ ਕੇ भीतर ऐसे प्राणी भी हैं जो दिन रात जोड़ने ਵਿੱਚ लगे रहते हैं। ਸਾਧੂ ਮਿਕਸ ਜੀ ਭਾਸ਼ਾ 'ਚ ਕਹਿੰਦਾ ਹੈ ਕਿ ਇਸ ਦੁਨੀਆ ਵਿੱਚ ਅਜਿਹੇ ਵੀ ਲੋਕ ਹੈ, ਪ੍ਰਾਣੀ ਇਸ ਤਰ੍ਹਾਂ ਦੇ ਲੋਕ ਵੀ ਹੈ ਜੋ ਦਿਨ ਰਾਤ ਧਨ ਜੋੜਨ ਵਿੱਚ ਲੱਗੇ ਰਹਿੰਦੇ ਹਨ। ਪਰ ਐਸੇ ਵੀ ਹੈ ਜੋ ਜਾਣਤੇ ਹੈ ਕਿ ਨਾ ਧਨ ਮੇਰਾ ਨਾ ਧਨ ਤੇਰਾ, ਤੇ ਇਹ ਜਗ ਰਹਿਣ ਬਸੇਰਾ। ਇਹ ਧਨ ਨਾ ਤੁਹਾਡਾ ਹੈ ਨਾ ਮੇਰਾ ਹੈ, ਇਹ ਦੁਨੀਆ ਇੱਕ ਰਹਿਣ ਬਸੇਰੇ ਦੀ ਤਰ੍ਹਾਂ ਹੈ, ਰਾਤ ਕੱਟਣ ਦੀ ਤਰ੍ਹਾਂ ਹੈ, ਜਿੱਥੇ ਰਾਤ ਕੱਟ ਕੇ ਚਲੇ ਜਾਣਾ ਹੈ। ਰਾਮ ਭਜਨੀ ਕਹਿੰਦੀ ਹੈ, ਮਹਾਰਾਜ ਮੈਂ ਵੀ ਕੁਝ ਦਾਨ ਕਰ ਦੇਣਾ ਏ ਤੇ ਫਿਰ ਮਹਾਰਾਜ ਤੀਰਥੀ ਚਲੇ ਜਾਣਾ ਹੈ ਤੇ ਮੈਂ ਤੀਰਥਾਂ ਨੂੰ ਚਲੇ ਜਾਵਾਂਗੀ। ਸਾਧੂ ਕਹਿੰਦਾ ਹੈ, ਧੰਨ ਹੋ ਮਾਈ, ਸਿੱਧੀ ਸਵਰਗ ਕੋ ਜਾਏਂਗੀ। ਰਾਮ ਭਜਨੀ ਕਹਿੰਦੀ ਹੈ, ਹਰੇ ਹਰੇ ਮੈਂ ਤਾਂ ਪਾਪਨ ਅਪਰਾਧਨ ਹਾਂ, ਮੇਰੇ ਐਡੇ ਭਾਗ ਕਿੱਥੇ। ਸਾਧੂ ਕਹਿੰਦਾ ਹੈ, ਜੋ ਜੀਵ ਦਾਨੀ ਹੈ ਸਵਰਗ ਧਾਮ ਕੋ ਜਾਤਾ ਹੈ वो है, को जाता है वो है। ਰਾਮ ਭਜਨੀ, ਅੱਛਾ ਮਹਾਰਾਜ ਦੱਸੋ ਮੈਂ ਤੁਹਾਡੀ ਕੀ ਸੇਵਾ ਕਰਾਂ। ਸਾਧੂ ਕਹਿੰਦਾ, ਮਾਈ ਭਗਵਾਨ ਕੀ ਦਇਆ ਹੈ, हमको रुपया पैसा की लोड़ नहीं है, हाँ कोई बिस्तर मिल जाए। राम भजनी चादर लेके, लो महाराज। साधु कहता है, ये हमारे काम की नहीं है, भी ये साडे काम दी नहीं। राम भजनी कहती है, फिर महाराज जो मूहों मंगो देवां, जो है सब तुहाडा ही है। साधु कहता, माई हमको लोभ नहीं है, पर वो दुशाला दे दो ते कल्याण हो। राम भजनी, महाराज दुशाला तो मेरे मालक दा है। दुशाला कहते हैं भारी शाल जो पशमीने दियां दो चादरां दा मिला के बनया हुंदा है। साधु कहता है, हरे नारायण भगतनी, तुम तो त्याग करती हो, उसको समर्था है होर ले लेगा, दुशाला का दान कर और एक बर्तन भी मिल जाए माई। राम भजनी, एक गड़वा ले लो महाराज। साधु, तुम बड़ी दयालु हो भगतनी। राम भजनी, होर कुछ चाहिदा है महाराज। साधु कहता, नहीं भगतनी, बहुत आ गया बहुत आ गया। राम भजनी कहती है, बाबा जी जो कुछ मूहों मंगो देवांगी। साधु झोली विचों कुछ कढ़ के, लो माई इसको सदा अपने पास रखो, कदी दुख नेड़े नहीं आवेगा, छेती नाल चलिया जांदा है। राम भजनी घबरा के दरवाजे वल दौड़ती हुई, बाबा जी हैं चला गया, नट गया मतलब भज गया। हाय गड़वा, गड़वा लोटे नूं कहंदे है, दो शाला वालियां, हाय वालियां ले गया। फिर चौंक उठती है, तू दिता है
ਕੀ ਏ ਜੋ ਤੈਨੂੰ ਪਛਤਾਵਾ ਲੱਗ ਗਿਆ ਏ? ਲੋਕੀ ਹਜ਼ਾਰਾਂ ਰੁਪਈਏ ਦਾਨ ਕਰਦੇ ਨੇ, ਮੰਦਰ ਬਣਵਾਉਂਦੇ ਨੇ, ਗਰੀਬ ਗੁਰਬੇ ਨੂੰ ਦਿੰਦੇ ਨੇ, ਤੇ ਮਨਾ ਤੂੰ ਵਿੱਚੋਂ ਦਿੱਤਾ ਹੀ ਕੀ ਏ ਜਿਸ ਦਾ ਹਿਰਖ ਲੱਗ ਗਿਆ ਏ ਤੈਨੂੰ? ਮਤਲਬ ਜਿਸ ਦਾ ਅਫਸੋਸ ਲੱਗ ਗਿਆ, ਹਿਰਖ ਅਫਸੋਸ ਲੱਗ ਗਿਆ ਤੈਨੂੰ। ਬੁੱਢਾ ਪਾਂਧਾ ਆਉਂਦਾ ਹੈ ਤੇ ਨਾਲ ਹੀ ਗਵਾਂਢਣ ਆਉਂਦੀ ਹੈ। ਪਾਂਧਾ ਜੈ ਰਾਮ ਜੀ ਕੀ। ਰਾਮ ਭਜਨੀ ਕਹਿੰਦੀ ਹੈ, ਧੰਨ ਭਾਗ ਜੋ ਤੁਸੀਂ ਵੀ ਆਏ, ਕੀੜੀ ਦੇ ਘਰ ਨਰੈਣ, ਕੀੜੀ ਤੁੱਛ ਵਿਅਕਤੀ, ਨਰੈਣ ਪਰਮਾਤਮਾ। ਚਿੱਟੀ ਚਾਦਰ ਜ਼ਮੀਨ ਉੱਤੇ ਵਿਛਾ ਕੇ ਇੱਥੇ ਬਹਿ ਜਾਓ। ਪਾਂਧਾ ਜਿਹੜਾ ਪੰਡਤ ਹੁੰਦਾ ਹੈ, ਹਰੇ ਹਰੇ ਮੈਂ ਕੌਣ ਹਾਂ? ਇਹ ਸਭ ਰਾਮ ਕੀ ਦਇਆ ਏ, ਰਾਮ ਦੀ ਦਇਆ ਏ। ਰਾਮ ਭਜਨੀ ਧੰਨ ਭਾਗ ਮੇਰੇ, ਸ਼ੁਕਰ ਏ। ਗੁਆਂਢਣ ਕਹਿੰਦੀ ਹੈ, ਬੇਬੇ ਰਾਮ ਆਪ ਹੀ ਕਾਜ ਸਵਾਰਨ ਵਾਲਾ ਏ। ਮੈਂ ਭਲਾ ਪਾਂਧੇ ਹੋਰਾਂ ਨੂੰ ਕਿੱਦਾਂ ਲਿਆਉਣਾ ਸੀ ਜੇ ਰਾਮ ਸਹਾਇਤਾ ਨਾ ਕਰਦਾ। ਪਾਂਧੇ ਹੋਰੀ ਬਾਹਰ ਜਾਣ ਨੂੰ ਫਿਰਦੇ ਸਨ। ਵਕੀਲ ਦਾ ਆਦਮੀ ਸੱਦਣ ਆਇਆ ਹੋਇਆ ਸੀ। ਸੱਦਣ ਬੁਲਾਉਣ। ਪਾਂਧਾ ਹਾਂ ਬੀਬੀ, ਵਕੀਲ ਦੇ ਲੜਕਾ ਹੋਇਆ ਏ ਤੇ ਉਹਨਾਂ ਨੇ ਟੇਵਾ ਲਵਾਉਣ ਲਈ ਸੱਦਿਆ ਏ। ਟੇਵਾ ਲਵਾਉਣਾ, ਜੋਤਿਸ਼ ਗਣਨਾ ਅਨੁਸਾਰ ਜਨਮ ਪੱਤਰੀ ਵਗੈਰਾ ਬਣਾਉਣਾ। ਰਾਮ ਭਜਨੀ ਕਹਿੰਦੀ ਹੈ, ਰਾਮ ਹਰ ਕਿਸੇ ਦੇ ਕਲੇਜੇ ਠੰਡ ਪਾਵੇ। ਕਲੇਜੇ ਸੀਨੇ ਵਿੱਚ ਠੰਡ ਪਾਵੇ ਮਤਲਬ ਸੁੱਖ ਸ਼ਾਂਤੀ ਰੱਖੇ। ਪਾਂਧਾ ਸੱਚ ਕਿਹਾ ਬੀਬੀ। ਰਾਮ ਭਜਨੀ ਕਹਿੰਦੀ ਹੈ, ਪਾਂਧਾ ਜੀ ਜਦੋਂ ਦਾ ਮੇਰਾ ਇੱਕੋ ਇੱਕ ਜੀ ਜਿਹਾ ਖੇਡਣ ਟੁਰ ਗਿਆ ਏ। ਇੱਕੋ ਇੱਕ ਜੀ ਜਿਹਾ ਮਤਲਬ ਜੀ ਪ੍ਰਾਣੀ, ਮਤਲਬ ਮੁੰਡਾ ਮੇਰਾ ਜਿਹੜਾ ਇੱਕੋ ਇੱਕ ਮੁੰਡਾ ਸੀ, ਜਦੋਂ ਦਾ ਉਹ ਮਰ ਗਿਆ, ਇਹ ਸੰਸਾਰ ਮੇਰੇ ਮਨੋਂ ਉਤਰ ਗਿਆ ਹੈ। ਅੱਛਾ, ਉਹ ਰਾਮ ਕੀ ਦੌਲਤ ਸੀ, ਰਾਮ ਨੇ ਲੈ ਲਈ। ਪਰ ਤੁਹਾਨੂੰ ਪਤਾ ਹੀ ਏ ਮੇਰੇ ਮਾਲਕ ਦੀਆਂ ਕਰਤੂਤਾਂ ਦਾ। ਰਾਤ ਦਿਨ ਜੂਆ ਤੇ ਸ਼ਰਾਬ, ਬਸ ਕਦੀ ਪਲ ਭਰ ਵੀ ਹੋਸ਼ ਵਿੱਚ ਨਹੀਂ ਹੁੰਦਾ। ਸੈਂਕੜਿਆਂ ਤੇ ਹਜ਼ਾਰਾਂ ਨੂੰ ਹੁੰਜਾ ਫੇਰ ਛੱਡਿਆ ਏ। ਹੁੰਜਾ ਫੇਰਨਾ, ਬਰਬਾਦ ਕਰਨਾ। ਸੈਂਕੜੋਂ ਹਜ਼ਾਰੋਂ ਰੁਪਏ ਉਹਨੇ ਬਰਬਾਦ ਕਰ ਦਿੱਤੇ ਹਨ। ਪਾਂਧਾ ਕਹਿੰਦਾ, ਬੀਬੀ ਸੰਸਾਰ ਬਣਿਆ ਹੀ ਇਸੇ ਤਰ੍ਹਾਂ ਦਾ ਏ। ਇਹਦੇ ਵਿੱਚ ਚੰਗੇ ਵੀ ਹੈਣ ਤੇ ਮੰਦੇ ਵੀ, ਪਰ ਜੋੜੀਆਂ ਜਗ ਥੋੜ੍ਹੀਆਂ ਤੇ ਨੜ ਬਥੇਰੇ। ਪਾਂਧਾ ਕਹਿੰਦਾ ਹੈ ਕਿ ਇਹ ਸੰਸਾਰ ਬਣਿਆ ਹੀ ਇਸ ਤਰ੍ਹਾਂ ਹੋਇਆ, ਇਹਦੇ ਵਿੱਚ ਚੰਗੇ ਲੋਕ ਵੀ ਹੈ ਤੇ ਮੰਦੇ ਮਾੜੇ ਲੋਕ ਵੀ ਹਨ। ਤੇ ਤੂੰ ਆਪਣੇ ਪਤੀ ਬਾਰੇ ਕਹਿੰਦੀ ਹੈ ਕਿ ਉਹਨੇ ਹਜ਼ਾਰਾਂ ਰੁਪਏ ਬਰਬਾਦ ਕਰ ਦਿੱਤੇ ਹਨ। ਇਸ ਦੁਨੀਆ ਵਿੱਚ ਜੋੜੀਆਂ ਜਗ ਥੋੜ੍ਹੀਆਂ, ਜਿਹੜੇ ਜੋੜੀਆਂ ਮਤਲਬ ਕਪਲ ਹੈ, ਉਹ ਇਸ ਦੁਨੀਆ ਵਿੱਚ ਬਹੁਤ ਘੱਟ ਹਨ, ਪਰਫੈਕਟ ਕਪਲ। ਤੇ ਨੜ ਬਥੇਰੇ, ਨੜ ਅਜੋੜ ਜਿਹੜੇ ਜੋੜੀਆਂ ਹਨ, ਕਪਲ ਹਨ, ਉਹ ਬਹੁਤ ਹਨ, ਮਤਲਬ ਜਿਨ੍ਹਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਬੈਠਦਾ। ਗੁਆਂਢਣ ਹਾਂਜੀ, ਹੁਣ ਵੇਖੋ ਭਈ ਇਹ ਕੋਈ ਕਰਮਾਂ ਦੀ ਗੱਲ ਹੈਗੀ ਜੇ ਨਾ ਭਈ, ਇਹ ਏਡੀ ਧਰਮਾਤਮਾ ਜੇ ਤੇ ਉਹ। ਰਾਮ ਭਜਨੀ ਕਹਿੰਦੀ ਹੈ, ਨਾ ਬੇਬੇ ਇਹ ਨਾ ਕਹੋ, ਮੈਂ ਬੜੀ ਪਾਪਣ ਹਾਂ, ਬੜੀ ਅਪਰਾਧਨ ਹਾਂ। ਪਾਂਧਾ ਨਹੀਂ ਬੀਬੀ, ਤੂੰ ਆਪਣਾ ਜਨਮ ਸਫਲ ਕੀਤਾ ਏ। ਗੁਆਂਢਣ ਕਹਿੰਦੀ ਹੈ, ਤੇਰੇ ਨਾਲ ਤੇਰਾ ਮਾਲਕ ਵੀ ਤਰ ਜਾਏਗਾ। ਪਾਂਧਾ ਕਹਿੰਦਾ, ਇੱਕ ਭਗਤ ਨਾਲ ਸੈਂਕੜੋਂ ਪਾਪੀ ਵੀ ਤਰ ਜਾਂਦੇ ਨੇ, ਚੰਗਿਆਂ ਨਾਲ ਮੰਦੇ ਵੀ ਤਰ ਜਾਂਦੇ ਹਨ। ਮਤਲਬ ਚੰਗੇ ਲੋਕਾਂ ਨਾਲ ਜਿਹੜੇ ਮਾੜੇ ਲੋਕ ਹੁੰਦੇ ਹੈ, ਉਹ ਵੀ ਇਸ ਦੁਨੀਆ ਦੇ ਭਵਸਾਗਰ ਤੋਂ ਪਾਰ ਹੋ ਜਾਂਦੇ ਹਨ। ਰਾਮ ਭਜਨੀ ਕਹਿੰਦੀ ਹੈ, ਮੈਂ ਤੇ ਮਹਾਰਾਜ ਦੁਨੀਆ ਦਾ ਖਹਿੜਾ ਛੱਡਿਆ ਹੈ। ਬਥੇਰਾ ਖਾਧਾ ਪੀਤਾ, ਬਥੇਰਾ ਬਹੁਤ ਸੁੱਖ ਵੀ ਭੋਗਿਆ ਤੇ ਦੁੱਖ ਵੀ। ਜਦੋਂ ਦੀ ਮੈਂ ਰਾਮ ਦੀ ਹੋਈ ਹਾਂ, ਮੈਨੂੰ ਦੁਨੀਆ ਵਿੱਚ ਕੁਝ ਵੀ ਚੰਗਾ ਨਹੀਂ ਲੱਗਦਾ। ਜਦੋਂ ਦੀ ਮੈਂ ਪਰਮਾਤਮਾ ਦੇ ਨਾਮ ਨਾਲ ਜੁੜੀ ਹਾਂ, ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਪਾਂਧਾ ਧੰਨ ਜਨਮ ਏ ਬੀਬੀ, ਤੇਰਾ ਜਨਮ ਤਾਂ ਧੰਨ ਹੈ ਬੀਬੀ। ਗੁਆਂਢਣ ਕਹਿੰਦੀ ਹੈ, ਮਹਾਰਾਜ ਸੇਵਾ ਨੂੰ ਮੇਵਾ ਏ, ਤਦੇ ਤਾਂ ਰਾਮ ਨੇ ਦਰਸ਼ਨ ਦਿੱਤੇ। ਪਾਂਧਾ ਇਹਦੀ ਭਗਤੀ ਦਾ ਹੀ ਫਲ ਏ। ਰਾਮ ਭਜਨੀ ਕਹਿੰਦੀ ਹੈ, ਮੈਂ ਤੇ ਉਹਦੇ ਬੂਹੇ ਦੀ ਮੰਗਤੀ ਹਾਂ, ਮੈਂ ਤਾਂ ਪਰਮਾਤਮਾ ਦੇ ਦਰ ਦੀ ਮੰਗਣ ਵਾਲੀ ਹਾਂ। ਗੁਆਂਢਣ ਕਹਿੰਦੀ ਹੈ, ਹੁਣ ਇਹਦੇ ਕੋਲੋਂ ਦਾਨ ਪੁੰਨ ਸੰਕਲਪ ਨਾਲ ਕਰਾਓ।
ਬੇਬੇ ਜੋ ਦੇਣਾ ਹੀ ਕੱਢ ਲਿਆ। ਪਾਂਦਾ ਹਾਂ ਬੀਬੀ ਵੇਲਾ ਜਾਂਦਾ ਹੈ, ਢਿੱਲ ਨਾ ਕਰੋ। ਮਤਲਬ ਤੁਸੀਂ ਸਮਾਂ ਬਰਬਾਦ ਨਾ ਕਰੋ, ਹੌਲੀ ਹੌਲੀ ਨਾ ਕਰੋ।